ਇਹ ਬੱਚੀ ਬਿਲਕੁਲ ਠੀਕ ਠਾਕ ਸੀ। ਸਕੂਲ ਤੋਂ ਵਾਪਸ ਆਈ ਘਰ ਆ ਕੇ ਕਹਿੰਦੀ ਵੀ ਮੇਰੀਆਂ ਲੱਤਾਂ 'ਚ ਦਰਦ ਹੁੰਦਾ ਹੈ। ਸ਼ਾਮ ਤੱਕ ਮਤਲਬ ਉਹ ਦਬੂੰਦੀ ਰਹੀ ਹੈ, ਖਾਣਾ ਖਾ ਕੇ ਸੌਂ ਗਈ ਹੈ। ਸੁਬਾਹ ਜਦ ਉੱਠੀ ਹੈ ਤੇ ਉਹ ਲੱਤਾਂ ਉਹਦੀਆਂ ਆਕੜ ਗਈਆਂ ਸਨ। ਉਹ ਫਿਰ ਅਸੀਂ ਬਹੁਤ ਪਰੇਸ਼ਾਨ ਹੋ ਗਏ। 1.5 ਮਹੀਨਾ ਅਸੀਂ ਡਾਕਟਰਾਂ ਕੋਲ ਜਾਂਦੇ ਰਹੇ ਹਾਂ। ਬਾਅਦ ਚ ਸਾਡੇ ਨਾ ਇੱਥੇ ਕਿਸੇ ਬੰਦੇ ਨੇ ਨਾਂ ਲਿਆ ਕਿ ਬਾਬਾ ਜੀ ਆਸ਼ਿਕ ਹੁਸੈਨ ਨੇ, ਉਹਨਾਂ ਕੋਲੇ ਤੁਸੀਂ ਨਾ ਦਮ ਕਰਾਓ। ਉਹ ਸਰਕਾਰ ਨੂੰ ਅਸਾਂ ਫੋਨ ਕੀਤਾ ਵੀ ਇਹ ਮਸਲਾ ਹੁਣ ਬੱਚੀ ਯਤੀਮ ਅਸੀਂ ਆ ਨਹੀਂ ਸਕਦੇ, ਉਹ ਉਂਝ ਲੱਤਾਂ ਉਹਦੀਆਂ ਸਿੱਧੀਆਂ ਹੋ ਗਈਆਂ ਨੇ ਤੇ ਤੁਸੀਂ ਸਾਡੇ ਕੋਲ ਮਿਹਰਬਾਨੀ ਕਰੋ ਦਮ ਕਰ ਜੋ ਆ ਕੇ। ਉਹਨਾਂ ਆਖਿਆ ਵੀ ਕੋਈ ਗੱਲ ਨਹੀਂ ਅਸੀਂ ਆ ਜਾਾਂਗੇ। ਸ਼ਾਮ ਤੱਕ ਉਹ ਆ ਗਏ। ਆ ਕੇ ਉਹਨਾਂ ਦਮ ਸ਼ਮ ਕੀਤਾ ਔਰ ਅੱਲਾਹ ਤਾਲਾ ਦੀ ਜ਼ਾਤ ਨੇ ਉਹਨਾਂ ਦੇ ਦਮ ਨਾਲ, ਉਹਨਾਂ ਦੀ ਦੁਆ ਨਾਲ ਬੱਚੀ ਸੁਬਾਹ ਨੂੰ ਮਤਲਬ ਟੁਰਨ ਲੱਗ ਪਈ ਹੈ। काफ़ी दफ़ा इन्होंने कॉल की है तो मैंने बोला इधर ले आओ। वो बोल रहे हैं बच्ची को ज़्यादा तकलीफ़ है, हम इधर नहीं लेके आ सकते। तो फिर मुझे टाइम मिल गया था, मैं कहा चलो मैं खुद आ जाता हूँ, चलो बच्ची है, चलो ये हमारी दवा से ठीक होती है तो अल्लाह इसको ठीक कर दे। हमने ये देखा बिल्कुल वो हिलती नहीं थी, उसके उठा के आगे पीछे उसको लेके जाते थे। तो बस जो मैंने वजीफ़ा पढ़ना था, जो दुआ करनी थी की है। सुबह उठी है तो घर वालों ने फ़ोन किया, बाबा जी मुबारक हो, ये बच्ची ठीक हो गई, चलने लग गई है। अस्सलाम वालेकुम नाज़रीन, शिफा मिन जानिब अल्लाह है, वो जब चाहे जिसे चाहे अता कर दे। मैं इस वक्त फतेहपुर में मौजूद हूँ और यहाँ पर मेरे साथ आप एक बुजुर्ग देख रहे हैं। इन बुजुर्गों की 9 साला नवासी, जिसे आज से 1.5 माह कबल टांगों में दर्द हुआ और अचानक ही उसकी टांगें पैरालाइज हो गईं और वो पैरालाइज इस तरह से हुई कि वो बिल्कुल ही अपनी जगह पे अकड़ गईं। ये जो घुटना होता है ये बेंड नहीं हो रहा था, जिसकी वजह से वो मासूम बच्ची 9 साला मनाहिल नदीम चलने फिरने से कासिर हो गई। उस दौरान डॉक्टर्स के पास भी जाते रहे, मुख्तलिफ डॉक्टर्स के पास, जहाँ किसी का पता चला, जहाँ पे कोई इलाज की उम्मीद मिली वहाँ पे चले गए, रुपया पैसा भी खर्च किया। 1.5 माह इलाज जारी रहा लेकिन बच्ची को उससे कोई भी अफाका हासिल ना हुआ। बिलाखिर लाला मूसा के करीबी गांव गंजा की एक बुजुर्ग शख्सियत बाबा जी आशिक हुसैन, इन्हें उनका पता चला। इन्होंने बाबा जी से रब्ता किया। बाबा जी इनके घर आए और आकर बच्ची को एक दम किया और उसके लिए दुआ की। और इन बुजुर्गों का ये कहना है कि जब वो दुआ करके रात को गए हैं, सुबह इनकी बच्ची को अल्लाह ताला ने शफा दे दिया है और इनकी बच्ची चलने फिरने लगी है। मज़ीद इसकी तफसील क्या है, बच्ची को क्या ये कोई पैदाइशी मसला था या कोई बाद में हुआ, या इसका इलाज के लिए ये कहाँ कहाँ गए, डॉक्टर्स ने इनको क्या कहा, वो मुकम्मल तफसील जानते हैं उस बच्ची के नाना से। जी अस्सलाम वालेकुम। जी वालेकुम सलाम। ये बच्ची बिल्कुल ठीक ठाक सी। स्कूल गई है, स्कूल तो वापस आई घर आके कहती भी मेरिया लत्तां 'ਚ दर्द ਹੁੰਦਾ ਹੈ। ठीक है। वालदा अपनी अम्मी ਨੂੰ मामा ਨੂੰ। ठीक है। ਉਹ ਆਂਦੀ ਅੱਛਾ ਤੂੰ ਖਾਣਾ ਖਾ ਤੇ ਮੈਂ ਤੈਨੂੰ ਦਬਾਨੀ ਆ। ਸ਼ਾਮ ਤੱਕ ਮਤਲਬ ਉਹ ਦਬੂੰਦੀ ਰਹੀ ਹੈ। ठीक है। ਖਾਣਾ ਖਾ ਕੇ ਸੌਂ ਗਈ ਹੈ। ਸੁਬਾਹ ਜਦ ਉੱਠੀ ਹੈ ਤੇ ਉਹ ਲੱਤਾਂ ਉਹਦੀਆਂ ਸਿੱਧੀਆਂ ਹੋ ਗਈਆਂ ਸਨ। ठीक है। ਅਕੜ ਗਈਆਂ ਸਨ। ठीक है। घुटना बैंड नहीं सी। ਜੀ ਆ। ਉਹ ਫਿਰ ਅਸੀਂ ਬਹੁਤ ਪਰੇਸ਼ਾਨ ਹੋ ਗਏ। ਫਿਰ ਇੱਥੇ ਆਪਣੇ ਇੱਕ ਗਾਉਂ 'ਚ ਡਾਕਟਰ ਨੇ, ਉਹਨਾਂ ਕੋਲ ਗਏ। ਉਹਨਾਂ ਨੇ ਦਵਾਈ ਦਿੱਤੀ ਬਈ ਇਹਨੂੰ ਬੁਖਾਰ ਹੋ ਗਿਆ, ਬੁਖਾਰ ਦੀ ਵਜ੍ਹਾ ਨਾਲ ਇਹਦੀਆਂ ਲੱਤਾਂ ਦਾ ਮਸਲਾ ਬਣ ਗਿਆ। 5 ਦਿਨ ਦਵਾਈ ਖਾਧੀ, ਕੋਈ ਆਰਾਮ ਨਹੀਂ ਆਇਆ। ਫਿਰ ਇੱਕ ਡਾਕਟਰ MBBS ਉਹਨਾਂ ਕੋਲ ਗਏ ਆ, ਉਹਨਾਂ ਵੀ ਮਤਲਬ 3 ਦਿਨ ਦੀ ਦਵਾਈ ਦਿੱਤੀ ਹੈ, ਉਹਦੇ ਨਾਲ ਕੋਈ ਫਰਕ ਨਹੀਂ, ਫਾਕਾ ਨਹੀਂ ਆਇਆ। ਉਸ ਤੋਂ ਬਾਅਦ ਇੱਕ ਹੋਰ ਡਾਕਟਰ ਨੇ ਇੱਥੇ ਸਾਡੇ ਉਹਨਾਂ ਕੋਲ ਗਏ ਆ, ਉਹਨਾਂ ਵੀ ਮਤਲਬ ਦਵਾਈ ਦਿੱਤੀ ਹੈ, ਪਰ ਉਹਦੇ ਨਾਲ ਕੋਈ ਫਰਕ ਨਹੀਂ ਆਇਆ। ਫਿਰ ਸਾਨੂੰ ਇੱਕ ਬੰਦੇ ਨੇ ਕਿਹਾ ਵੀ ਡਾਕਟਰ ਇੱਕ ਉਹਦੇ ਕੋਲ ਜਾਓ ਸ਼ਹਿਰ ਗੁਜਰਾਤ ਹਸਪਤਾਲ 'ਚ। ਠੀਕ ਹੈ। ਉਹਨਾਂ ਕੋਲ ਗਿਆ, ਉਹਨਾਂ ਸਾਡੇ ਮਤਲਬ ਦਿਹਾੜੀ ਪੂਰੀ ਦੇ ਟੈਸਟ ਟੂਸਟ ਲੈ ਕੇ ਸਾਰਾ ਕੁ ਮਤਲਬ ਖਰਚਾ 20,000 ਰੁਪਇਆ ਲਿਆ ਉਹਨਾਂ। ਠੀਕ ਹੈ। ਉਹ 5 ਦਿਨ ਦੀ ਦਵਾਈ ਦਿੱਤੀ, ਉਹਦੇ ਨਾਲ ਕੋਈ ਫਰਕ ਨਹੀਂ ਆਇਆ। ਦਵਾਈ ਖਾ ਕੇ ਫਿਰ ਉਹਨਾਂ ਕੋਲ ਗਿਆ, ਉਹਨਾਂ ਇੱਕ ਡਾਕਟਰ ਅੱਗੇ ਲਾਲੇ ਉੱਥੇ ਟੋਲਿਆ, ਉਹਨਾਂ ਵੀ ਮਤਲਬ ਟੈਸਟ ਲਏ 15,000 ਦੇ, ਦਵਾਈ ਸ਼ਵਾਈ ਦਿੱਤੀ, ਕੋਈ ਆਰਾਮ ਨਹੀਂ ਆਇਆ। ਫਿਰ ਅਸੀਂ ਉਹ ਜਿਹੜੇ ਡਾਕਟਰ ਕਰਾਉਂਦੇ ਨਾ ਵਰਜ਼ਿਸ਼ ਜੀ, ਫਿਜ਼ੀਓਥੈਰੇਪੀ, ਹਾਂ ਜੀ, ਉਹ ਡਾਕਟਰ ਕੋਲ ਉਹਨਾਂ ਟੋਰਿਆ, ਉਹਦੇ ਕੋਲ ਅਸੀਂ ਕਰਾਉਂਦੇ ਰਹੇ ਕੋਈ 7-8 ਦਿਨ। ਉਹਦੇ ਨਾਲ ਕੋਈ ਥੋੜ੍ਹੀ ਜਿਹੀ ਪੱਠੇ ਨਰਮ ਹੋਏ ਨੇ, ਬਾਕੀ ਟੁਰ ਫਿਰ ਨਹੀਂ ਸਕਦੀ ਸੀ। ਤੇ ਬਾਅਦ 'ਚ ਸਾਡੇ ਨਾ ਇੱਥੇ ਕੋਈ ਕਿਸੇ ਬੰਦੇ ਨੇ ਨਾਂ ਲਿਆ ਕਿ ਬਾਬਾ ਜੀ ਆਸ਼ਿਕ ਹੁਸੈਨ ਨੇ, ਉਹਨਾਂ ਕੋਲ ਤੁਸੀਂ ਨਾ ਦਮ ਕਰਾਓ। ਉਹ ਸਰਕਾਰ ਨੂੰ ਅਸਾਂ ਫੋਨ ਕੀਤਾ ਵੀ ਇਹ ਮਸਲਾ ਹੁਣ ਬੱਚੀ ਯਤੀਮ ਅਸੀਂ ਆ ਨਹੀਂ ਸਕਦੇ, ਉਹ ਉਂਝ ਲੱਤਾਂ ਉਹਦੀਆਂ ਸਿੱਧੀਆਂ ਹੋ ਗਈਆਂ ਨੇ
ਤੇ ਤੁਸੀਂ ਸਾਡੇ ਕੋਲ ਮਿਹਰਬਾਨੀ ਕਰੋ ਦਮ ਕਰ ਜੋ ਆ ਕੇ। ਉਹਨਾਂ ਆਖਿਆ ਵੀ ਕੋਈ ਗੱਲ ਨਹੀਂ ਅਸੀਂ ਆ ਜਾਾਂਗੇ। ਸ਼ਾਮ ਤੱਕ ਉਹ ਆ ਗਏ, ਆ ਕੇ ਉਹਨਾਂ ਦਮ ਸ਼ਮ ਕੀਤਾ, ਦਮ ਕਰਕੇ ਤੇ ਦੁਆ ਵੀ ਕੀਤੀ ਹੈ ਔਰ ਅੱਲਾਹ ਤਾਲਾ ਦੀ ਜ਼ਾਤ ਨੇ ਉਹਨਾਂ ਦੇ ਦਮ ਨਾਲ ਉਹਨਾਂ ਦੀ ਦੁਆ ਨਾਲ ਬੱਚੀ ਸੁਬਾਹ ਨੂੰ ਮਤਲਬ ਟੁਰਨ ਲੱਗ ਪਈ ਹੈ। ਬਾਥਰੂਮ 'ਚ ਆਪੂ ਉੱਠ ਕੇ ਗਈ ਹੈ। ਠੀਕ ਹੈ, ਜਿਸ ਵਕਤ ਬੱਚੀ ਸੁਬਾਹ ਸੋ ਕੇ ਉੱਠੀ ਹੈ ਉਹਦਾ ਕੀ ਕਹਿਣਾ ਸੀ, ਕੀ ਫੀਲਿੰਗ ਸੀ, ਉਹਨੂੰ ਕੀ ਮਹਿਸੂਸ ਹੋ ਰਿਹਾ? ਸੁਬਾਹ ਜਦ ਉੱਠੀ ਹੈ ਨਾ ਤੇ ਉਹਦੀ ਵਾਲਦਾ ਜਿਹੜੀ ਉਹ ਨਮਾਜ਼ ਪੜ੍ਹਦੀ ਸੀ ਪਈ, ਆਂਦੀ ਮਾਮਾ ਮੈਨੂੰ ਪਿਸ਼ਾਬ ਕਰਵਾਓ। ਠੀਕ ਹੈ। ਉਹ ਆਂਦੀ ਅੱਛਾ ਮੈਂ ਨਾ ਪਿਸ਼ਾਬ ਤੁਹਾਨੂੰ ਕਰਵਾਉਣੀ ਆ। ਉਹ ਫਿਰ ਉੱਠੀ ਹੈ ਜਿਸ ਵਕਤ ਆਂਦੀ ਵੀ ਮੇਰੀਆਂ ਨਾ ਲੱਤਾਂ ਜਿਹੜੀਆਂ ਨੇ ਮੈਨੂੰ ਮਾਮਾ ਇੰਝ ਲੱਗਦੀਆਂ ਨੇ ਹੌਲੀਆਂ ਹੌਲੀਆਂ ਹੋਈਆਂ ਨੇ। ਉਹ ਆਂਦੀ ਅੱਛਾ ਫਿਰ ਤੂੰ ਥੱਲੇ ਲੰਮੀਆਂ ਲੱਤਾਂ ਮੰਜੀ ਤੋਂ ਥੱਲੇ ਕਰ, ਨੀਚੇ ਪੈਰ ਰੱਖ। ਔਰ ਲੱਤ ਇਕੱਠੀ ਕੀਤੀ ਸੋ ਹੋ ਗਈ ਹੈ। ਠੀਕ ਹੈ। ਦੂਸਰੀ ਵੀ ਥੱਲੇ ਲਾਈ ਸੋ ਦੂਸਰੀ ਵੀ ਹੋ ਗਈ ਹੈ। ਫਿਰ ਵਾਸ਼ਰੂਮ 'ਚ ਆਪੇ ਟੁਰ ਕੇ ਗਈ ਹੈ। ਜਾ ਕੇ ਫਿਰ ਉਹਦੀ ਜਿਹੜੀ ਨਾਨੀ ਹੈ ਨਾ ਉਹ ਕਹਿੰਦੀ ਹੈ ਵੀ ਜਾਓ ਵੇਖੋ ਪੈਰਾਂ ਭਰਨੇ ਬੈਠੀ ਹੈ। ਤੋ ਦੇਖੀਏ ਤੇ ਪੈਰਾਂ ਭਰਨੇ ਮਾਸ਼ਾਅੱਲਾ ਬੈਠੀ ਪਿਸ਼ਾਬ ਆਪਣਾ ਮਤਲਬ ਕਰ ਰਹੀ ਹੈ ਵਾਸ਼ਰੂਮ 'ਚ। ਠੀਕ ਹੈ। ਜਦੋਂ ਬੱਚੀ ਬਿਲਕੁਲ ਰਾਤ ਨੂੰ ਮਤਲਬ ਹੋਈ ਹੈ ਨਾ ਠੀਕ ਸੁਬਾਹ, ਜੀ ਜੀ, ਤੇ ਮੈਨੂੰ ਆਂਦੀ ਹੈ ਵੀ ਮੈਂ ਨਾ ਨਾਨਾ ਦੂਸਰਾ ਉਹਦੇ ਘਰ ਜਾਣਾ ਹੈ। ਅੱਛਾ ਅੱਛਾ। ਮੈਂ ਮੋਟਰਸਾਈਕਲ ਤੇ ਬਿਠਾ ਕੇ ਤੇ ਉਹਦੇ ਘਰ ਲੈ ਗਿਆ। ਉੱਥੋਂ ਫਿਰ ਆਂਦੀ ਮੈਂ ਦੂਜੇ ਨਾਨੇ ਅੱਬੂ ਦੇ ਘਰ ਜਾਣਾ। ਉਹਨਾਂ ਦੇ ਘਰ ਮੈਂ ਲੈ ਕੇ ਗਿਆ। ਉਹ ਮੇਰਾ ਭਤੀਜਾ ਜਿਹੜਾ ਉਹਨੇ ਫਿਰ ਦੇਖੀ ਤੇ ਉਹ ਹੈਰਾਨ ਪਰੇਸ਼ਾਨ ਹੋ ਗਿਆ। ਇਹ ਮਨਾਹਲ ਠੀਕ ਹੋ ਗਈ? ਮੈਂ ਕਿਹਾ ਜੀ ਬਿਲਕੁਲ ਠੀਕ ਹੋ ਗਈ, ਅੱਲਾ ਦਾ ਸ਼ੁਕਰ ਹੈ ਤੁਹਾਨੂੰ ਮਿਲਣ ਆਈ ਹੈ। ਉਸ ਤੋਂ ਬਾਅਦ ਨਾ ਉਹ ਡਾਕਟਰ ਕੋਲ ਨਾ ਉਹਦੇ ਅੱਬੂ ਦਾ ਕੋਈ ਨਾ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ। ਅੱਛਾ। ਉਹ ਡਾਕਟਰ ਉਹਨਾਂ ਕੋਲ ਗਿਆ। ਉਹ ਜਦੋਂ ਪੱਟੀ ਪੁੱਟੀ ਡਾਕਟਰ ਸਾਹਿਬ ਕਰਦੇ ਪਏ ਤੇ ਆਂਦੇ ਨੇ ਵੀ ਤੁਹਾਡੀ ਬੱਚੀ ਜਿਹੜੀ ਉਹ ਬਿਮਾਰ ਹੈ ਉਹ ਠੀਕ ਨਹੀਂ ਹੋ ਸਕਦੀ। ਉਹਨਾਂ ਆਖਿਆ ਵੀ ਉਹ ਕੀ ਵਜ੍ਹਾ ਹੈ? ਆਹੇ ਉਹ ਬਸ ਡਾਕਟਰਾਂ ਨੇ ਉਹਨਾਂ ਨੂੰ ਟਰੱਕ ਦੀ ਬੱਤੀ ਮਗਰ ਲਾਇਆ, ਬਾਹਰ ਠੀਕ ਨਹੀਂ ਹੋ ਸਕਦੀ। ਜੀ ਹਾਂ। ਉਹ ਬੱਚੇ ਨੇ ਅੱਗੋਂ ਆਖਿਆ ਵੀ ਉਹ ਤੇ ਮੇਰੇ ਘਰੋਂ ਸੁਬਾਹ ਹੋ ਕੇ ਗਈ ਹੈ। ਜੀ ਆ ਟੁਰਦੀ ਫਿਰਦੀ ਹੈ। ਆਂਦਾ ਬੜਾ ਅੱਲਾਹ ਤਾਲਾ ਦਾ ਕਿਸਾਨ ਹੋਇਆ। ਤੇ ਕਿਸ ਤਰ੍ਹਾਂ ਇਹ ਬਾਬਾ ਜੀ ਹੋਰੀ ਕੋ ਦਮ ਕਰਕੇ ਗਏ ਨੇ। ਯਾਰ ਮੈਨੂੰ ਵੀ ਦੱਸੋ। ਉਹ ਜਿਹੜੇ ਡਾਕਟਰ ਸਾਹਿਬ ਨੇ ਅਲਦੀਸ ਨੇ, ਉਹਨਾਂ ਆਖਿਆ ਮੈਨੂੰ ਵੀ ਦੱਸੋ ਬਾਬਾ ਜੀ ਹੋਰਾਂ ਦਾ। ਠੀਕ ਹੈ। ਅੱਛਾ, ਇਹ ਜਿਸ ਵਕਤ ਮਤਲਬ ਰਾਤ ਨੂੰ ਬਾਬਾ ਜੀ ਦਮ ਕਰਕੇ ਗਏ ਨੇ, ਸੁਬਾਹ ਜਿਸ ਵਕਤ ਤੁਹਾਡੀ ਬੱਚੀ ਤੇ ਪਹਿਲੀ ਨਜ਼ਰ ਪਈ ਔਰ ਬੱਚੀ ਨੂੰ ਤੁਸੀਂ ਚਲਦਿਆਂ ਦੇਖਿਆ, ਤੁਹਾਡੇ ਅੰਦਰੋਂ ਕੀ ਆਵਾਜ਼ ਨਿਕਲੀ ਹੈ, ਕੀ ਦੁਆ ਨਿਕਲੀ ਹੈ, ਕੀ ਫੀਲਿੰਗ ਨਿਕਲੀਆਂ ਨੇ? ਕੀ ਸਾਡੇ ਅੰਦਰ ਤਾਂ ਐਨੀ ਕੁ ਬਹੁਤ ਜ਼ਿਆਦਾ 1.5 ਮਹੀਨਾ ਪਰੇਸ਼ਾਨੀ ਵੇਖੀ ਸੀ। ਰੋਂਦੇ ਹਾਂ ਦਿਹਾੜੀ ਜਿਸ ਵਕਤ ਲਿਆਉਣਾ ਇਹਨੂੰ ਵੇਖਣਾ ਤੇ ਰੋਣਾ ਬਈ ਅੱਲਾਹ ਤਾਲਾ ਦੀ ਤਰਫੋਂ ਕੀ ਤਕਲੀਫ ਆ ਗਈ ਹੈ। ਤੇ ਜਿਸ ਵਕਤ ਉਹਨੂੰ ਵੇਖਿਆ ਸੁਬਾਹ, ਤੇ ਸੁਬਾਹ ਖੁਸ਼ੀ ਨਾਲ ਅੱਖਾਂ ਦੇ ਵਿੱਚ ਅਥਰੂ ਆਏ ਨੇ। ਤੇ ਇਹਦੀ ਮਾਮਾ ਵੀ ਰੋ ਪਈ, ਨਾਨੀ ਵੀ ਰੋ ਪਈ। ਮੈਂ ਦੂਸਰੇ ਘਰ ਸਾਂ, ਮੈਨੂੰ ਮਤਲਬ ਫੋਨ ਕੀਤਾ ਨੇ ਅੱਬੂ ਜੀ ਮਨਾਹਰ ਠੀਕ ਹੋ ਗਈ ਹੈ। ਮੈਂ ਵੀ ਅੱਲਾਹ ਦਾ ਸ਼ੁਕਰ ਕੀਤਾ, ਯਾ ਅੱਲਾਹ ਤੇਰਾ ਸ਼ੁਕਰ ਹੈ। ਤੇ ਬਾਬਾ ਜੀ ਹੋਰਾਂ ਦੀ ਦੁਆ ਨਾਲ ਇਹ ਮਾਲਕ ਦੀ ਜ਼ਾਤ ਨੇ ਉਹਨਾਂ ਨੂੰ ਇਹਨੂੰ ਆਰਾਮ ਦਿੱਤਾ। ਇਹ ਬੱਚੀ ਸਾਡੀ ਬਿਲਕੁਲ ਠੀਕ ਠਾਕ ਹੋ ਗਈ ਹੈ, कोई मसला मसाइल नहीं रहा। बिल्कुल माशाल्लाह जी, माशाल्लाह जी। नाज़रीन, ये इन बुज़ुर्गों की भी आपने सारी बात सुनी, इनकी नवासी को किस तरह से शिफा मिली, किस तरह से एक दुआ ने इनकी बच्ची को शिफा दी, वो ये सारी रुदाद आपको सुना रहे थे। अब इसके बाद हम लाला मूसा की तरफ चलेंगे और वो जो बुज़ुर्ग हस्ती हैं जिन्होंने ये दुआ की, बाबा जी आशिक हुसैन, उनकी तरफ जाएंगे और जाकर बाकायदा उनसे बात करेंगे और ये जानने की कोशिश करेंगे कि किस तरह से वो रूहानी इलाज करते हैं। जी नाज़रीन, हम इस वक्त उसी रूहानी शख्सियत, उसी बुजुर्ग के पास पहुंचे हैं जिसकी दुआ से इस बच्ची को शिफा मिली थी। इनसे बात करते हैं जी। अस्सलाम वालेकुम जी। वालेकुम सलाम। बाबा जी, अभी हम तहसील गुजरात के नवाही गांव फतेहपुर में गए हुए थे और वहां पर हमने एक बच्ची देखी 9 साल जिसकी टांगों में कोई प्रॉब्लम आ गई थी और उसकी टांगें अकड़ गई थी। उस बच्ची के इलाज मुआवजे के लिए वो डॉक्टर्स हजरात के पास जाते रहे हैं और डॉक्टर्स ने उस बच्ची को लाइलाज करार दे दिया था। आप वहां पर गए और आपने एक दफ़ा जाकर दुआ की और वो बच्ची सुबह उठ के चलने लग पड़ी। आपके पास ऐसी कौन सी रूहानी ताकत है कि आप आने वाले मरीजों का इस तरह से रूहानी इलाज करते हैं, या कि आपके पास कोई और तरीकाकार है? मुझे फ़ोन पे काफ़ी दफ़ा इन्होंने कॉल की है, तो मैंने बोला इधर ले आओ। वो बोल रहे हैं बच्ची को ज़्यादा तकलीफ़ है, हम इधर नहीं लेके आ सकते। अच्छा। वैसे दवा करें। तो फिर मुझे टाइम मिल गया था, मैं कहा चलो मैं खुद आ जाता हूँ, चलो बच्ची है, चलो ये हमारी दवा से ठीक होती है तो अल्लाह इसको ठीक कर दे। हम चले गए थे। हमने ये देखा बिल्कुल वो हिलती नहीं थी, उसके उठा के आगे पीछे उसको लेके जाते थे।
تو بس جو میں نے وظیفہ پڑھنا تھا، جو دعا کرنی تھی کی ہے میں نے، اس کو دم کیا ہے. اس کے بعد اس نے کو ہلکا فیل کیا ہے پر چلی نہیں تھی. اچھا. ہاں چلی. جو رات صبح اٹھی ہے تو وہ گھر والوں نے فون کیا بابا جی مبارک ہو یہ بچی ٹھیک ہو گئی، چلنے لگ گئی. میرے اتنے میرے اللہ دا کرم ہے اور میرے مرشد دا کرم ہے. میں اپنے مرشد دا دیا ہوا فیض جو ہے وہ ہی بانٹ رہا ہوں جی. تو اور میں تو یہ پیچھے بھی شعر لکھا ہوا ہے، مجھے یہ بہت پیارا لگتا ہے. برے بندے نو میں لبن ٹریا تے برا نہ ملیا کوئی، جد میں اپنے اندر چاتی پائی تے میرے تی برا نہ کوئی. ہر قسم دی جو الگ الگ بیماری ہوتی ہے ہم اس کے اوپر اللہ کے کلام پڑھتے ہیں. اگر اس سے اس کو کچھ فائدہ نہیں ہوا تو ہم دوسری چینج کر کے پڑھتے ہیں، پر پڑھتے قرآن ہی ہیں. اب پہلے نمبر تو پہلی دفعہ ہی اس کو فرق پڑنا شروع ہو جاتا ہے. نہیں تو دوسری بار آتا ہے تو بتاتا ہے یہ نہیں ہوا تو انشاءاللہ اس کے لیے اور کوئی وظیفہ پڑھتے ہیں اور دم کر کے دھاگا اس کی بازو پہ باندھ دیتے ہیں. جس کے بازو میں درد ہے، جس کے سر میں درد ہے، اس کے بھی بازو میں یا گلے میں دھاگا دم کر کے ڈال دیتے ہیں تو اللہ دی ذات ان کو شفا دیتی ہے. اچھا بابا جی، اکثر ہم لوگ دیکھتے ہیں، اشتہارات دیکھتے ہیں ٹی وی پہ، جی بابا جی عمل سرکار بانجھ پن کا شرطیہ اور علاج، گھریلو جھگڑے، رشتوں میں رکاوٹ، اس طرح کے جو ہیں وہ شرطیہ حل انہوں نے بتائے ہوتے ہیں کہ جی آپ ہم سے رابطہ کریں، کہیں رشتے میں آپ کی رکاوٹ ہے تو وہ ختم ہو جائے گی، ساس بہو کا جھگڑا ختم ہو جائے گا. کوئی اس طرح کے دعوے آپ کے بھی ہیں؟ نہیں، ہمارا کوئی ایسا دعویٰ نہیں. ہم جو جائز بندے کا کام ہے، جو بیماری ہے اس کے لیے دعا کرتے ہیں تو وہ ہی ٹھیک ہو جاتی ہے. بقایا نجائز تو ہم نہ کسی کا کرتے ہیں، نہ ہی ہمارے پاس کوئی بندہ ایسا آتا ہے. ہم نے قرآن پڑھ کے دعا کرنی ہوتی ہے تو ہم وہ جائز دعا کرتے ہیں، وہ اللہ کی رضا شامل ہو جاتی ہے تو اللہ اپنا خود کرم کر دیتا ہے. تو اور ہمارے نام کا اللہ ہی عزت بناتا ہے. بندے کو ٹھیک کرنا اللہ کا کام ہے، بندے کا کام نہیں. بالکل ٹھیک ہے بابا جی. کیا اس کے لیے آپ نے کوئی اسپیسیفک معاوضہ بھی رکھا ہوا ہے یا کہ یہ فیس بل ہے؟ نہیں، میں نے کوئی معاوضہ نہیں رکھا ہوا، کوئی معاوضہ نہیں رکھا ہوا. بالکل ٹھیک ہے جی. چلیں جی، بہت شکریہ. جی ناظرین، آپ بابا جی عاشق حسین کی بات بھی سن رہے تھے. آپ نے وہ بچی جو شفا یاب ہوئی اس کے لواحقین کی بھی باتیں سنی کہ اللہ تعالیٰ جسے چاہتا ہے وہ بے حساب وسیع علم، حکمت اور دانائی عطا کرتا ہے. تو اللہ تعالیٰ کی ایسی بہت سی نیک اور برگزیدہ ہستیاں اس وقت بھی اس دنیا میں موجود ہیں جن کے ذریعے اس دنیا کا نظام چل رہا ہے. میں یہ سمجھتا ہوں کہ اللہ تعالیٰ سے اپنا رابطہ ہمارا بھی مضبوط ہونا چاہیے، آپ کا رابطہ بھی مضبوط ہونا چاہیے. اس میں چاہے سٹیپ، اس میں سیڑھی بابا جی بنے، کوئی اور بزرگ بنے، کوئی اور مذہبی شخصیت بنے، لیکن اللہ سے اپنا رابطہ مضبوط بنا لیں تو ہماری زندگی بھی آسان ہو جائے گی اور آخرت بھی آسان. اس کے ساتھ اپنے میزبان علی اکبر کو دیجیے اجازت. آپ سے پھر ہوگی ملاقات. اللہ حافظ.